हाँ जी, सत श्री अकाल जी सारिਆਂ ਨੂੰ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਵਿਉਂਤਪੱਤੀ, ਠੀਕ ਆ ਜੀ। ਇਹਦਾ ਜਿਹੜਾ ਸੰਬੰਧ ਹੈਗਾ ਸ਼ਬਦ ਸਰਚਨਾ ਦੇ ਨਾਲ ਹੈਗਾ ਵਾ। ਜਿਵੇਂ ਅਸੀਂ ਪੜ੍ਹਦੇ ਹੈਗੇ ਆ, ਜਿਹੜੇ ਵਧੇਤਰ ਹੈਗੇ ਨੇ, ਰੂਪਾਂਤਰੀ ਵਧੇਤਰ ਹੋ ਗਏ, ਠੀਕ ਆ ਜੀ, ਵਿਉਂਤਪਤ ਵਧੇਤਰ ਹੋ ਗਏ। ਮਤਲਬ ਵਿਉਂਤਪਤ ਜਿਹੜਾ ਸ਼ਬਦ ਹੈਗਾ ਇਹਦਾ ਜਿਹੜਾ ਸੰਬੰਧ ਹੈਗਾ ਸ਼ਬਦਾਂ ਦੀ ਸਰਚਨਾ ਦੇ ਨਾਲ ਹੈਗਾ ਵਾ। ਭਾਵ ਸ਼ਬਦ ਕਿੱਦਾਂ ਬਣਦੇ ਹੈਗੇ ਨੇ, ਠੀਕ ਆ। ਮੁੰਡਾ ਹੋ ਗਿਆ, ਮੁੰਡੇ ਹੋ ਗਿਆ, ਲੜਕੇ ਲੜਕਿਓ ਹੋ ਗਿਆ, ਹੈ ਨਾ। ਜੇ ਤੁਸੀਂ ਪੜ੍ਹੋਗੇ ਵਧੇਤਰਾਂ ਨੂੰ, ਠੀਕ ਆ, ਵਧੇਤਰਾਂ 'ਚ ਜਾ ਕੇ ਰੂਪਾਂਤਰੀ ਵਧੇਤਰ ਆ ਜਾਣਗੇ, ਵਿਉਂਤਪਤ ਪਿਛੇਤਰ ਆ ਜਾਣਗੇ, ਜਿਹੜੇ ਜਿਹੜੇ ਸ਼੍ਰੇਣੀ ਰੱਖਿਅਕ ਵੀ ਹੁੰਦੇ ਨੇ, ਸ਼੍ਰੇਣੀ ਬਦਲੂ ਵੀ ਹੁੰਦੇ ਨੇ, ਹੈ ਨਾ। ਮਤਲਬ ਆਪਾਂ ਪਹਿਲਾਂ ਕੀਤਾ ਹੋਇਆ ਨਾ ਕਲਾਸ ਦੇ ਵਿੱਚ, ਹੈ ਨਾ। ਮਤਲਬ ਕਿਹੜੇ ਰੂਪਾਂਤਰੀ ਵਧੇਤਰ ਹੁੰਦੇ ਨੇ ਉਹ ਹਮੇਸ਼ਾ ਕੀ ਆ, ਪਿਛੇਤਰ ਹੀ ਹੁੰਦੇ ਨੇ। ਕੁਛ ਸ਼੍ਰੇਣੀ ਬਦਲੂ ਹੁੰਦੇ ਨੇ ਅਤੇ ਕੁਛ ਜਿਹੜੇ ਨੇ ਸ਼੍ਰੇਣੀ ਮਤਲਬ ਕੀ ਆ, ਰੱਖਿਅਕ ਹੁੰਦੇ ਨੇ। ਤਾਂ ਇੱਥੇ ਗੱਲ ਸੀਗੀ ਵਿਉਂਤਪਤ ਦੀ। ਤਾਂ ਇਹ ਤੁਸੀਂ ਯਾਦ ਰੱਖਣਾ ਵਾ ਕਿ ਸ਼ਬਦ ਸਰਚਨਾ ਦੇ ਨਾਲ ਸੰਬੰਧ ਹੈਗਾ। ਸਮਾਸੀਕਰਨ ਜਿਹੜਾ ਸ਼ਬਦ ਹੈਗਾ, ਸਮਾਸੀਕਰਨ ਜਿਹੜਾ ਸੰਬੰਧ ਹੈਗਾ ਵਾ ਸ਼ਬਦ ਰੂਪ ਵਿਗਿਆਨ ਦੇ ਨਾਲ ਹੈਗਾ ਵਾ। ਚਾਹ ਚੂ ਹੋ ਗਿਆ, ਪਾਣੀ ਧਾਣੀ ਹੋ ਗਿਆ, ਠੀਕ ਹੈ ਜੀ। ਸਮਾਸੀਕਰਨ ਜਿਹੜੇ ਸਮਾਸੀ ਸ਼ਬਦ ਹੈਗੇ ਨੇ ਵਿਰੋਧਾਰਥਕ ਵੀ ਹੁੰਦੇ ਨੇ, ਠੀਕ ਹੈ ਜੀ। ਉੱਚਾ ਨੀਵਾਂ ਹੋ ਗਿਆ, ਸਮਾਨਾਰਥਕ ਵੀ ਹੁੰਦੇ ਨੇ। ਚਾਹ ਚੂ ਹੋ ਗਿਆ, ਠੀਕ ਹੈ ਜੀ। ਅਤੇ ਫਾਰਸੀ ਅਰਬੀ ਵੀ ਹੁੰਦੇ ਨੇ, ਠੀਕ ਹੈ। ਜੰਗੇ ਮੈਦਾਨ, ਜੰਗੇ ਖਾਲਸਾ, ਠੀਕ ਹੈ, ਜਾਂ ਇਸ਼ਕੇ, ਕੁਛ ਵੀ ਇੱਦਾਂ, ਹੈ ਨਾ। ਜਦੋਂ ਇੱਦਾਂ ਦੇ ਸ਼ਬਦ ਬੋਲੇ ਜਾਂਦੇ ਹੈਗੇ ਨੇ ਤਾਂ ਉਹਨਾਂ ਦਾ ਜਿਹੜਾ ਸੰਬੰਧ ਵਾ ਰੂਪ ਦੇ ਨਾਲ ਆ ਜਾਂਦਾ, ਸ਼ਬਦ ਰੂਪ ਵਿਗਿਆਨ ਦੇ ਨਾਲ ਜਿਹੜਾ ਵਾ ਆ ਜਾਂਦਾ ਵਾ। ਅੱਗੇ ਜੀ ਸਸਿਊਰ ਜਿਹੜਾ ਹੈਗਾ ਵਾ, ਇਹਦਾ ਸੰਬੰਧ ਜਿਹੜਾ ਹੈ ਜਿਹੜੇ 'ਤੇ ਸੰਕਲਪ ਦਿੱਤੇ ਹੋਏ ਨੇ, ਹੈ ਨਾ। ਮਤਲਬ ਲਾਂਗ ਅਤੇ ਪੈਰੋਲ, ਪੈਰੋਲ, ਠੀਕ ਹੈ ਜੀ, ਪਹਿਲਾਂ ਬਾਅਦ ਵਿੱਚ ਲਾਂਗ, ਠੀਕ ਆ। ਅਤੇ ਅੱਗੇ ਜਿਹੜਾ ਹੈਗਾ ਮਤਲਬ ਲਾਂਗ ਅਤੇ ਪੈਰੋਲ ਜਿਹੜੇ ਹੈਗੇ ਨੇ ਇਹਦੇ ਨੇ ਸੰਕਲਪ ਨੇ, ਠੀਕ ਹੈ ਜੀ। ਉਹ ਮੈਂ ਪੈਰੋਲ ਉਹ ਬਾਅਦ 'ਚ ਦੱਸੂਗਾ, ਠੀਕ ਹੈ ਜੀ। ਪੈਰੋਲ ਜਿਹੜੀ ਹੈਗੀ ਆ ਇਹ ਵਿਅਕਤੀਗਤ ਹੈਗੀ ਆ, ਲਾਂਗ ਜਿਹੜੀ ਹੈਗੀ ਆ ਇਹ ਸਮੂਹਿਕ ਹੈਗੀ ਆ, ਠੀਕ ਹੈ। ਪੈਰੋਲ ਤੋਂ ਜਿਹੜਾ ਸਫ਼ਰ ਵਾ ਉਹ ਲੈਂਗ ਦਾ ਜਿਹੜਾ ਵਾ ਚੱਲਦਾ ਹੈਗਾ ਵਾ। ਅੱਗੇ ਹੈਗਾ ਵਾ ਜੀ ਚਿਹਨਕ ਅਤੇ ਚਿਹਨਤ, ਠੀਕ ਹੈ ਜੀ। ਅਤੇ ਇਕਾਲਕ ਅਤੇ ਦੁਕੈਲਕ, ਇਹ ਜਿਹੜੇ ਦੋਨੋਂ ਤਿੰਨੋਂ ਸੰਕਲਪ ਹੈਗੇ ਨੇ ਇਹ ਸਸਿਊਰ ਦੇ ਦਿੱਤੇ ਹੋਏ ਨੇ। ਅੱਗੇ ਜੀ ਕਥਾਨਕ ਰੂੜੀ ਤੋਂ ਭਾਵ ਕਥਾ ਤੱਤ ਦਾ ਦੁਹਰਾਓ। ਕਥਾਨਕ ਰੂੜੀ ਦਾ ਦੁਹਰਾਓ ਨਹੀਂ ਹੈ, ਜਾਂ ਕਥਾ ਵਸਤੂ ਦਾ ਦੁਹਰਾਓ ਨਹੀਂ, ਇਹ ਗੱਲ ਯਾਦ ਰੱਖਣੀ ਹੈ। ਕਥਾ ਤੱਤ ਦਾ ਦੁਹਰਾਓ ਆ ਕਿਹੜੀ ਕਥਾਨਕ ਰੂੜੀ ਹੈਗੀ ਆ। ਹਰੇਕ ਮਤਲਬ ਕਿ ਜਿਹੜੀ ਦੰਦ ਕਥਾ ਹੈਗੀ ਉਹਦੇ ਵਿੱਚ ਕਥਾਨਕ ਰੂੜੀ ਅਲੱਗ-ਅਲੱਗ ਹੋ ਸਕਦੀ ਹੈ, ਠੀਕ ਹੈ। ਬੇਗਾਨੀ ਜਿਵੇਂ ਕਹਿ ਦਈਏ ਕਿ ਲੂਣਾ ਦਾ ਮੋਹਿਤ ਹੋਣਾ, ਠੀਕ ਆ, ਉਹ ਕਥਾਨਕ ਰੂੜੀ ਹੈਗੀ ਆ। ਜਾਂ ਮਤਲਬ ਪੂਰਨ ਭਗਤ ਦੇ ਕਿਸੇ ਵਿੱਚ ਹੱਥ ਪੈਰ ਵੱਢ ਕੇ ਸੁੱਟ ਦੇਣਾ, ਉਹ ਕਥਾਨਕ ਰੂੜੀ ਹੈਗੀ, ਹੈ ਨਾ। ਮਤਲਬ ਕਥਾ ਤੱਤਾਂ ਦਾ ਦੁਹਰਾਓ ਜਿਹੜਾ ਹੈਗਾ ਅਲੱਗ-ਅਲੱਗ ਹੈਗਾ, ਹੈ ਨਾ। ਹਰੇਕ ਮਤਲਬ ਜਿਹੜਾ ਹੈਗਾ ਜਿਵੇਂ ਕਹਿੰਦੀ ਪੰਜਾਂ ਪੀਰਾਂ ਦਾ ਆਉਣਾ, ਉਹ ਵੀ ਕਥਾਨਕ ਰੂੜੀ ਹੈਗੀ ਆ। ਤਾਂ ਇਹ ਜਿਹੜੇ ਇਹ ਹੈਗਾ ਕਥਾ ਤੱਤਾਂ ਦਾ ਦੁਹਰਾਓ ਹੈਗਾ, ਨਾ ਕਿ ਕਥਾ ਵਸਤੂ ਦਾ, ਠੀਕ ਹੈ। ਮੇਰੇ ਕੱਦੂਆਂ ਦੇ ਬੰਨੇ ਬੰਨੇ ਕੌਣ ਖੰਗਰ ਦਾ ਕਥਨ ਹੈ, ਮੈਂ ਰਾਜਾ ਪਟਵਾਰੀ ਖੇਡ। ਮੇਰੇ ਕੱਦੂਆਂ ਦੇ ਬੰਨੇ ਬੰਨੇ ਕੌਣ ਖੰਗਰ ਦਾ, ਇਹ ਜਿਹੜਾ ਸ਼ਬਦ ਹੈਗਾ, ਜਿਹੜੀ ਲਾਈਨ ਹੈਗੀ ਆ, ਇਹ ਜਿਹੜੀ ਹੈਗੀ ਆ ਮੈਂ ਰਾਜਾ ਪਟਵਾਰੀ ਖੇਡ ਦੇ ਵਿੱਚੋਂ ਜਿਹੜੀ ਆ ਹੈਗੀ ਆ। ਇਹ ਯਾਦ ਰੱਖ ਲਿਓ, ਕਈ ਵਾਰੀ ਬਣਿਆ ਤਣਿਆ ਇੱਦਾਂ ਹੀ ਆ ਜਾਂਦਾ ਹੁੰਦਾ ਵਾ, ਹੈ ਨਾ। ਤਾਂ ਇਹ ਤੁਸੀਂ ਜਿਹੜੇ ਹੈਗੇ ਨੇ ਮਤਲਬ ਕਿਤਾਬਾਂ ਦੇ ਵਿੱਚ ਜਿਹੜੀਆਂ ਵੀ ਹੈਗੀਆਂ, ਜਿਵੇਂ ਮੈਂ ਨਾਂ ਲੈਂਦਾ ਹੁੰਦਾ ਨਾ, ਤਾਂ ਉਹਨਾਂ ਦੀਆਂ ਕੋਟੇਸ਼ਨਾਂ ਜਿਹੀਆਂ ਯਾਦ ਕਰ ਲਿਆ ਕਰੋ, ਉਹਨਾਂ ਦੇ ਵਿੱਚੋਂ ਹੀ ਆ ਜਾਣੇ ਹੈਗੇ ਨੇ। ਹਾਂਜੀ, ਸਾਡਾ ਅਗਲਾ ਪ੍ਰਸ਼ਨ ਜਿਹੜਾ ਹੈਗਾ ਜੀ, ਸੱਭਿਆਚਾਰ ਦਾ ਸੰਬੰਧ ਜਿਹੜਾ ਵਧੇਰੇ ਹੈਗਾ ਵਾ ਉਹ ਮਾਨਵ ਵਿਗਿਆਨ ਦੇ ਨਾਲ ਹੈਗਾ ਵਾ। ਸੱਭਿਆਚਾਰ ਜਾਂ ਲੋਕਧਾਰਾ ਕਹਿ ਦਈਏ, ਹੈ ਨਾ। ਸੱਭਿਆਚਾਰ ਦਾ ਸੰਬੰਧ ਜਿਹੜੇ ਮਾਨਵ ਵਿਗਿਆਨ ਦੇ ਨਾਲ ਆ। ਸੱਭਿਆਚਾਰ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਣ, ਕਿਹੜੀਆਂ-ਕਿਹੜੀਆਂ ਨਾ ਸ਼ਾਮਲ ਕੀਤੀਆਂ ਜਾਣ, ਕਿਹੜੀਆਂ ਮਤਲਬ ਲੋਕ ਸਾਹਿਤ 'ਚ ਆ ਜਾਂਦੀਆਂ ਨੇ, ਕਿਹੜੀਆਂ ਜਿਹੜੀਆਂ ਮਤਲਬ ਜਿਵੇਂ ਆਪਾਂ ਪੜ੍ਹਿਆ ਕਿ ਸੱਭਿਆਚਾਰ ਦੇ 3 ਅੰਗ ਨੇ, ਹੈ ਨਾ। ਕਿਹੜੇ ਅੰਗ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਠੀਕ ਹੈ ਜੀ, ਗੁਰਬਖਸ਼ ਸਿੰਘ ਫਰੈਂਕ ਦੇ ਅਨੁਸਾਰ। ਤਾਂ ਉਹਨਾਂ ਦਾ ਸੰਬੰਧ ਜਿਹੜਾ ਹੈਗਾ ਮਾਨਵ ਵਿਗਿਆਨ ਦੇ ਨਾਲ ਹੈਗਾ, ਹੈ ਨਾ। ਲੋਕ ਵਿਸ਼ਵਾਸ ਵਗੈਰਾ ਆ ਗਿਆ, ਹੈ ਨਾ, ਵਹਿਮ ਭਰਮ ਵਗੈਰਾ ਆ ਗਏ, ਜਿਹੜੇ ਇਹ ਮਤਲਬ ਕੀ ਆ ਮਾਨਵ ਵਿਗਿਆਨ ਦੇ ਨਾਲ ਜੁੜ ਜਾਂਦੇ ਹੈਗੇ ਨੇ, ਹੈ ਨਾ। ਸੱਭਿਆਚਾਰ ਅਸਲ 'ਚ ਸ਼ਬਦੀ ਸੱਭਿਅਤਾ ਤੋਂ ਲਿਆ ਗਿਆ, ਹੈ ਨਾ। ਕਿਸੇ ਵਿਸ਼ੇਸ਼ ਜੀਵਨ ਜਾਂਚ ਨੂੰ, ਹੈ ਨਾ, ਕਿਸੇ ਖਾਸ ਖਿੱਤੇ ਦੇ ਲੋਕਾਂ ਦੀ ਵਿਸ਼ੇਸ਼ ਜੀਵਨ ਜਾਂਚ ਨੂੰ ਅਸੀਂ ਸੱਭਿਆਚਾਰ ਜਿਹੜਾ ਸ਼ਬਦ ਵਾ ਵਰਤ ਲੈਂਦੇ ਹੈਗੇ ਆ। ਭੂਗੋਲਿਕ ਖਿੱਤੇ ਦੇ ਆਧਾਰ 'ਤੇ ਜੋ ਵਖਰੇਵਾਂ ਪਾਇਆ ਜਾਂਦਾ, ਤਾਂ ਉਹਨਾਂ ਲੋਕਾਂ ਦੀਆਂ ਮਤਲਬ ਅਲੱਗ-ਅਲੱਗ ਜਿਹੜੀਆਂ ਹੁੰਦੀਆਂ ਨੇ, ਰਹਿਣ ਦਾ ਜਿਹੜਾ ਜੀਵਨ ਢੰਗ ਜਾਂ ਜੀਵਨ ਸ਼ੈਲੀ ਅਲੱਗ-ਅਲੱਗ ਹੁੰਦੀ ਹੈ, ਹੈ ਨਾ। ਤਾਂ ਉਹ ਜੋ ਮਤਲਬ ਨੇਮ ਅਪਣਾਉਂਦੇ ਹੈਗੇ ਨੇ ਜ਼ਿੰਦਗੀ ਨੂੰ ਗੁਜ਼ਾਰਨ ਲਈ, ਅਸੀਂ ਉਹਨੂੰ ਮਤਲਬ ਕੀ ਆ ਮੇਨ ਤੌਰ 'ਤੇ ਸੱਭਿਆਚਾਰ ਕਹਿ ਦਿੰਦੇ ਹਾਂ, ਜਿਹੜੀ ਕਿ ਮਾਨਵ ਵਿਗਿਆਨ ਦੇ ਨਾਲ ਜੁੜੀ ਹੁੰਦੀ ਹੈ। ਅੱਗੇ ਜੀ ਭਾਸ਼ਾ ਵਿਭਾਗ ਪੰਜਾਬੀ ਦੀ ਜਿਹੜੀ ਸਥਾਪਨਾ ਹੈਗੀ ਆ 1956 ਦੇ ਵਿੱਚ ਹੋਈ, ਠੀਕ ਹੈ, ਯਾਦ ਰੱਖ ਲਿਓ। ਸਿਰ ਬੰਨਣਾ, ਸਿਰ ਬੰਨਣੇ ਤੋਂ ਭਾਵ ਹੈਗਾ ਜਵਾਨ ਪਤੀ ਦੀ ਮੌਤ 'ਤੇ ਦਿੱਤੀ ਮਦਦ, ਹੈ ਨਾ। ਜਦੋਂ ਮਤਲਬ ਕਿ ਜਵਾਨ ਪਤੀ ਦੀ ਮੌਤ 'ਤੇ ਕਿਸੇ ਮਤਲਬ ਕੀ ਆ ਪਤੀ ਮਰ ਜਾਂਦਾ ਕਿਸੇ ਕੁੜੀ ਦਾ, ਤਾਂ ਜੋ ਮਦਦ ਕੀਤੀ ਜਾਂਦੀ ਉਹਨੂੰ ਸਿਰ ਬੰਨਣਾ ਕਹਿ ਦਿੱਤਾ ਜਾਂਦਾ ਵਾ। ਜਦੋਂ ਨਾਦੀ ਮਹਾਂਪ੍ਰਾਣ ਧੁਨੀਆਂ ਸ਼ੁਰੂ ਵਿੱਚ ਆਉਣ, ਜਦੋਂ ਸ਼ਬਦਾਂ ਦੇ ਸ਼ੁਰੂ ਵਿੱਚ ਨਾਦੀ ਮਹਾਂਪ੍ਰਾਣ ਧੁਨੀਆਂ, ਠੀਕ ਆ, ਤੁਹਾਨੂੰ ਪਤਾ ਕਿਹੜੀਆਂ-ਕਿਹੜੀਆਂ ਨੇ, ਠੀਕ ਆ ਜੀ। ਜਿਵੇਂ ਘੱਗਾ ਹੋ ਗਿਆ, ਭੱਬਾ ਹੋ ਗਿਆ, ਹੈ ਨਾ, ਉਹ ਨਾਦੀ ਮਹਾਂਪ੍ਰਾਣ ਧੁਨੀਆਂ ਹੈਗੀਆਂ। ਅਤੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਜਦੋਂ ਅੱਗੇ ਲੱਗ ਜਾਂਦੀਆਂ ਸ਼ਬਦਾਂ ਦੇ, ਤਾਂ ਨੀਵੀਂ ਸੁਰ ਜਿਹੜੀ ਹੈਗੀ ਆ ਲੱਗਦੀ ਹੈਗੀ ਆ। ਅੱਗੇ ਪ੍ਰਸ਼ਨ ਹੈਗਾ ਜੀ ਅਧਿਆਤਮਕਵਾਦ ਕੀ ਹੈਗਾ ਵਾ। ਅਧਿਆਤਮਕਵਾਦ ਵਿਗਿਆਨਿਕ ਦ੍ਰਿਸ਼ਟੀ ਤੋਂ ਪੂਰਵ ਵਿਗਿਆਨਕ ਕਾਲ ਦੀ ਵਿਚਾਰਧਾਰਾ ਵਾ।
ਭਾਵ ਵਿਗਿਆਨਕ ਕਾਲ ਤੋਂ ਪਹਿਲਾਂ ਦੇ ਜੋ ਮਤਲਬ ਕੀ ਆ ਰੀਤੀ ਰਿਵਾਜ ਕਹਿ ਲਓ ਜਾਂ ਉਸ ਤਰ੍ਹਾਂ ਮਤਲਬ ਟਰਡੀਸ਼ਨ ਕਹਿ ਲਓ ਹੈ ਨਾ, ਉਹ ਚੀਜ਼ਾਂ ਜਿਹੜੀਆਂ ਚੱਲਦੀਆਂ ਆਉਂਦੀਆਂ ਸੀਗੀਆਂ ਉਹਨੂੰ ਅਧਿਆਤਮਕਵਾਦ ਕਿਹਾ ਜਾਂਦਾ ਹੈ ਨਾ। ਮਤਲਬ ਆਧੁਨਿਕ ਯੁੱਗ ਦੇ ਵਿੱਚ ਜਿਵੇਂ ਹੁਣ ਅੱਜ ਗੱਲ ਕਰੀਏ ਕਿ 21ਵੀਂ ਸਦੀ ਦਾ ਯੁੱਗ ਵਿਗਿਆਨ ਦਾ ਹੈ ਨਾ, ਤਾਂ ਮਤਲਬ ਸਾਤੋਂ ਉਹ ਬੱਬੂ ਮਾਨ ਦੇ ਗਾਣੇ ਵਿੱਚ ਚੌਂਕੀਆਂ ਨਹੀਂ ਭਰ ਹੋਣੀਆਂ ਹੈ ਨਾ। ਮਤਲਬ ਜਦੋਂ ਸੋਝੀ ਨਹੀਂ ਸੀ, ਸਮਝ ਨਹੀਂ ਸੀ, ਕਾਰਲ ਮਾਰਕਸ ਹੁਣੀ, ਲੈਨਿਨ ਹੁਣੀ ਨਹੀਂ ਆਏ ਸੀ, ਤਾਂ ਕਹਿ ਸਕਦੇ ਹੈਗੇ ਜਾਂ ਮਤਲਬ ਉਹਨਾਂ ਦੇ ਵਿਚਾਰ ਜਿਹੜੇ ਹੈਗੇ ਨੇ ਯੁੱਗ ਪਲਟਾਊ ਸੀਗੇ। ਤਾਂ ਮਤਲਬ ਮੇਨਲੀ ਇੱਥੇ ਜਿਹੜੀ ਗੱਲ ਹੈਗੀ ਆ, ਜਿਹੜਾ ਅਧਿਆਤਮਕਵਾਦ ਹੈਗਾ ਹੈ ਨਾ, ਇਹਨੂੰ ਵਿਹਲੜਾਂ ਦਾ ਦਰਸ਼ਨ ਵੀ ਕਹਿ ਦਿੱਤਾ ਜਾਂਦਾ ਵਾ। ਕਿਹੜਾ ਅਧਿਆਤਮਕਵਾਦ ਵਾ, ਕਿਹੜਾ ਵਾਦ ਜਿਹੜਾ ਵਿਹਲੜਾਂ ਦਾ ਦਰਸ਼ਨ ਹੈਗਾ ਉਹ ਹੈਗਾ ਅਧਿਆਤਮਕਵਾਦ, ਠੀਕ ਹੈ। ਤਾਂ ਇਹ ਕੀ ਆ, ਪੂਰਵ ਵਿਗਿਆਨਕ ਕਾਲ ਤੋਂ ਪਹਿਲਾਂ ਦੀ ਵਿਚਾਰਧਾਰਾ ਜਿਹੜੀ ਹੈਗੀ ਆ। ਅੱਗੇ ਜੀ ਪ੍ਰਸ਼ਨ, ਬੋਲੀ ਉਚਾਰ। ਬੋਲੀ ਉਚਾਰ ਨੂੰ ਸਸਿਊਰ ਕੀ ਕਹਿੰਦਾ ਹੈ? ਲਾਂਗ ਅਤੇ ਪੈਰੋਲ। ਬੋਲੀ ਬੋਲੀ ਜਾਂਦੀ ਹੈ, ਠੀਕ ਹੈ ਜੀ, ਸਮੂਹ ਦੁਆਰਾ ਵੀ ਬੋਲੀ ਜਾਂਦੀ ਹੈ, ਵਿਅਕਤੀ ਦੁਆਰਾ ਵੀ ਬੋਲੀ ਜਾਂਦੀ ਹੈ ਨਾ, ਇੱਕ ਸਿੰਗਲ ਵਿਅਕਤੀ ਦੁਆਰਾ ਵੀ। ਤਾਂ ਉਸ ਨੂੰ ਲੈਂਗ ਜਾਂ ਪੈਰੋਲ ਦੇ ਵਿੱਚ ਜਿਹੜਾ ਵਾ ਵੰਡਿਆ ਹੈਗਾ ਵਾ ਸਸਿਊਰ ਨੇ। ਅਗਲਾ ਪ੍ਰਸ਼ਨ ਹੈਗਾ ਜੀ ਸਾਡਾ, ਪੰਜਾਬੀ ਕਿੱਸਾ ਕਾਵਿ ਵਿੱਚ ਦੁਖਾਂਤ ਦਾ ਸੰਕਲਪ ਜਿਹੜਾ ਹੈਗਾ ਵਾ ਕਿੱਥੋਂ ਆਇਆ ਹੈ ਨਾ। ਪੰਜਾਬੀ ਕਿੱਸਾ ਕਾਵਿ ਦੇ ਵਿੱਚ ਜਿਹੜਾ ਦੁਖਾਂਤ ਦਾ ਸੰਕਲਪ ਹੈਗਾ ਉਹ ਫਾਰਸੀ ਮਸਨਵੀ ਤੋਂ ਆਇਆ ਹੈ ਨਾ। ਇਰਾਨੀ ਪ੍ਰਭਾਵ ਵੀ ਹੈਗੇ ਨੇ, ਸ਼ਾਮੀ ਪ੍ਰਭਾਵ ਵੀ ਹੈਗੇ ਨੇ ਪੰਜਾਬੀ ਕਿੱਸਾ ਕਾਵਿ ਦੇ ਵਿੱਚ, ਠੀਕ ਆ ਜੀ। ਅਤੇ ਫਾਰਸੀ ਮਸਨਵੀ ਦੇ ਵਿੱਚ ਦੁਖਾਂਤ ਦਾ ਪ੍ਰਭਾਵ ਜਿਹੜਾ ਹੈਗਾ ਵਾ ਉਹ ਫਾਰਸੀ ਮਸਨਵੀ ਤੋਂ ਆਇਆ। ਸੁਖਾਂਤ ਦਾ ਅਭਾਵ ਹੁੰਦਾ ਸੀਗਾ ਫਾਰਸੀ ਕਿੱਸਿਆਂ ਦੇ ਵਿੱਚ, ਭਾਵ ਫਾਰਸੀ ਮਸਨਵੀਆਂ ਦੇ ਵਿੱਚ, ਠੀਕ ਆ ਜੀ। ਇਹ ਪ੍ਰਸ਼ਨ ਆਪਾਂ ਪਹਿਲਾਂ ਕਰਾ ਚੁੱਕੇ ਹਾਂ। ਝਗੜਾ ਸ਼ੈਲੀ, ਠੀਕ ਹੈ ਜੀ। ਡਾਕਟਰ ਅਤਰ ਸਿੰਘ ਕਹਿੰਦਾ ਹੈਗਾ ਜਿਹੜੀ ਵਾਰਿਸ ਸ਼ਾਹ ਦੀ ਹੀਰ ਦੇ ਮਸ਼ਹੂਰ ਹੋਣ ਦਾ ਕਾਰਨ ਜਿਹੜਾ ਵਾ ਝਗੜਾ ਸ਼ੈਲੀ ਹੈ ਨਾ। ਤਾਂ ਪੰਜਾਬੀ ਦੇ ਵਿੱਚ ਇਹਨੂੰ ਇੱਕ ਲੋਕ ਕਾਵਿ ਰੂਪ ਦੇ ਵਿੱਚ ਕਾਵਿ ਰੂਪ ਦੇ ਵਿੱਚ ਜਿਹੜਾ ਵਾ ਮੰਨ ਲਿਆ ਜਾਂਦਾ ਹੈ ਨਾ। ਝਗੜਾ ਸ਼ੈਲੀ ਗੱਲ ਨੂੰ ਕਹਿਣ ਦਾ ਤਰੀਕਾ ਹੈ ਨਾ। ਅੱਗੇ ਜੀ ਮਸਲੇ ਵਾਰਤਕ। ਮਸਲੇ ਵਾਰਤਕ ਦਾ ਰੂਪ ਹਨ, ਇਸਲਾਮੀ ਧਾਰਮਿਕ ਆਗੂਆਂ ਨਾਲ ਸੰਬੰਧ ਰੱਖਦੇ ਹੈਗੇ ਨੇ। ਮਸਲੇ ਹੋ ਗਿਆ ਅਤੇ ਸੁਖਨ ਹੋ ਗਿਆ ਅਤੇ ਬਚਨ ਹੋ ਗਿਆ ਹੈ ਨਾ, ਇਹ ਵਾਰਤਕ ਦੇ ਵਿੱਚ ਆਉਂਦੇ ਹੈਗੇ ਨੇ। ਇਹਨਾਂ ਦਾ ਸੰਬੰਧ ਜਿਹੜਾ ਹੈਗਾ, ਮਸਲਿਆਂ ਦਾ ਜਿਹੜਾ ਸੰਬੰਧ ਹੈਗਾ ਉਹ ਹੈਗਾ ਇਸਲਾਮੀ ਸ਼ਰ੍ਹਾ ਦੇ ਨਾਲ, ਭਾਵ ਕਿਹੜੇ ਧਾਰਮਿਕ ਆਗੂ ਸੀ ਉਹਨਾਂ ਦੇ ਬਚਨ ਕਹਿ ਸਕਦੇ ਹੈਗੇ ਹਨ, ਉਹਨਾਂ ਦੇ ਜਿਹੜੇ ਜੋ ਉਹਨਾਂ ਦੀ ਭਾਸ਼ਾ ਵਰਤੀ ਸਮਝਾਉਣ ਦੇ ਲਈ ਹੈ ਨਾ। ਅਤੇ ਸੁਖਨ ਤੇ ਜਿਹੜੇ ਬਚਨ ਹੈਗੇ ਨੇ ਇਹਦੇ ਵਿੱਚ ਸਾਧ ਮਾਨਸ ਦੀ ਅਭਿਵਿਅਕਤੀ ਹੁੰਦੀ ਆ, ਸਾਧੂ ਜਨਾਂ ਦੁਆਰਾ, ਠੀਕ ਆ, ਮਤਲਬ ਜਿਹੜੇ ਹੈਗੇ ਨੇ। ਪਰ ਥੋੜ੍ਹਾ ਜਿਹਾ ਸੰਬੰਧ ਰੱਖ ਲਿਓ, ਮਸਲੇ ਅਤੇ ਸੁਖਨ ਬਚਨ, ਠੀਕ ਹੈ। ਮਸਲਿਆਂ ਦਾ ਸੰਬੰਧ ਜਿਹੜਾ ਵਾ ਇਸਲਾਮੀ ਧਾਰਮਿਕ ਆਗੂਆਂ ਦੇ ਨਾਲ ਜਿਹੜਾ ਹੈਗਾ ਵਾ। ਟੀਕਾ ਕਰਨਾ, ਕਿਸੇ ਚੀਜ਼ ਨੂੰ ਸਮਝਾਉਣਾ ਹੈ ਨਾ, ਮਤਲਬ ਬਚਨ ਪੇਸ਼ ਕਰਨੇ ਸ਼ੁੱਧ। ਕਿਸ ਮੁੱਢਲੇ ਸਾਹਿਤਕ ਚਿੰਤਕ ਨੇ ਆਪਣੀ ਪੁਸਤਕ ਦੇ ਨਾਮ ਪ੍ਰਤੀਕਮਈ ਢੰਗ ਨਾਲ ਰੱਖੇ ਹਨ। ਪ੍ਰਤੀਕਮਈ ਢੰਗ ਨਾਲ ਰੱਖੇ ਹਨ ਬਾਬਾ ਬੁੱਧ ਜੀ ਨੇ ਹੋ ਗਿਆ ਹੈ ਨਾ। ਕੋਇਲ ਕੂ ਹੰਸ ਚੋਗ ਹੋ ਗਿਆ, ਕੋਇਲ ਕੂ ਹੋ ਗਿਆ, ਬੰਬੀਹਾ ਬੋਲ ਹੋ ਗਿਆ। ਤਾਂ ਉਹਨਾਂ ਨੇ ਮਤਲਬ ਕਿ ਇਤਿਹਾਸਕਾਰੀ ਜਿਹੜੀ ਕੀਤੀ ਹੈਗੀ ਆ ਉਹ ਕਾਹਦੇ 'ਤੇ ਆਧਾਰਿਤ, ਮਤਲਬ ਕਿ ਪ੍ਰਤੀਕਮਈ ਚਿੰਨ੍ਹ ਜਿਹੜੇ ਵਰਤੇ ਹੈਗੇ ਨੇ। ਜਿਵੇਂ ਕੋਇਲ ਕੂ ਦੇ ਵਿੱਚ ਸ਼ਾਇਦ ਕਿੱਸਾ ਕਾਵ ਹੈਗਾ ਨਾ, ਹੰਸ ਚੋਗ ਦੇ ਵਿੱਚ ਜਿਹੜਾ ਮਤਲਬ ਗੁਰਬਾਣੀ ਸਾਹਿਤ ਨੂੰ ਜਾਂ ਸੂਫੀ ਕਾਵ ਨੂੰ ਸ਼ਾਇਦ ਲਿਆ ਹੋਇਆ। ਚਲੋ ਪ੍ਰੋਪਰ ਨਹੀਂ, ਮੈਂ ਹੁਣ ਮੇਰੇ ਦਿਮਾਗ ਦੇ ਵਿੱਚ ਨਹੀਂ ਹੈਗਾ, ਪਰ ਚਲੋ ਇਸ ਪ੍ਰਸ਼ਨ 'ਤੇ ਕਰਨਾ, ਕਿਉਂਕਿ ਇਹਨਾਂ ਨੇ ਜਿਹੜੇ ਬਾਬਾ ਬੁੱਧ ਜੀ ਨੇ ਮਤਲਬ ਕੀ ਆ ਪੁਰਾਣਾ ਸਮਾਂ, ਠੀਕ ਆ, ਨਵਾਂ ਸਮਾਂ, ਕੁਛ ਇੱਦਾਂ ਵੰਡਿਆ ਹੈਗਾ ਇਹਨਾਂ ਨੇ, ਜਿਹੜੀ ਇਹਨਾਂ ਦੀ ਵੰਡ ਕੀਤੀ ਹੋਈ ਆ ਬਾਬਾ ਬੁੱਧ ਜੀ ਦੀ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ, ਇਹਨਾਂ ਨੇ ਕਿਹਾ ਹੈਗਾ ਵਾ ਜਿਵੇਂ ਅੱਜ ਆਪਣੇ ਜਿਹੜੇ ਬਾਕੀ ਹੈਗੇ ਨੇ ਉਹਨਾਂ ਨੇ ਕਿਹਾ ਆਦਿ ਸਮਾਂ ਕਿਹਾ, ਮੱਧਕਾਲ ਦਾ ਸਮਾਂ ਕਿਹਾ, ਆਧੁਨਿਕ ਸਮਾਂ ਕਿਹਾ ਵਾ। ਪਰ ਜਿਹੜੇ ਬਾਬਾ ਬੁੱਧ ਜੀ ਹੈਗੇ ਨੇ ਉਹਨਾਂ ਨੇ ਪੁਰਾਣਾ ਸਮਾਂ, ਵਿਚਕਾਰਲਾ ਸਮਾਂ ਅਤੇ ਨਵਾਂ ਸਮਾਂ ਜਿਹੜਾ ਵਾ ਵਰਤਿਆ ਹੈਗਾ ਵਾ। ਇੱਦਾਂ ਜਿਹੜੇ ਹੀਰਾ ਸਿੰਘ ਦਰਦ ਜੀ ਹੈਗੇ ਨੇ ਉਹਨਾਂ ਨੇ ਕਾਲ ਖੰਡਾਂ ਨੂੰ 2 ਖੰਡਾਂ ਦੇ ਵਿੱਚ ਹੀ ਵਰਤਿਆ ਹੈਗਾ ਵਾ, ਮੱਧਕਾਲ ਅਤੇ ਨਵੀਨ ਕਾਲ ਦੀ ਹੀ ਵਰਤੋਂ ਕੀਤੀ ਹੈਗੀ ਆ। ਅਤੇ ਇੱਥੇ ਇਹ ਵੀ ਦੱਸਣਯੋਗ ਹੈਗਾ ਜੀ ਧਰਮ ਦੇ ਆਧਾਰ ਜਿਹੜੀ ਵੰਡ ਕੀਤੀ ਹੈਗੀ ਬਨਾਰਸੀ ਦਾਸ ਜੈਨ ਜੀ ਨੇ ਕੀਤੀ ਹੈਗੀ ਆ। ਸਾਹਿਤਕ ਪ੍ਰਵਿਰਤੀ ਨੂੰ ਜਿਹੜਾ ਆਧਾਰ ਬਣਾਇਆ ਹੈਗਾ ਵਾ ਉਹ ਸਰਜੀਤ ਸਿੰਘ ਕੋਹਲੀ ਜੀ ਨੇ ਬਣਾਇਆ ਵਾ। ਇਹੋ ਜਿਹੇ ਪ੍ਰਸ਼ਨ ਜਿਹੜੇ ਤੁਹਾਡੇ ਵੈਸੇ ਹੀ ਯਾਦ ਹੋਣੇ ਚਾਹੀਦੇ ਆ, ਠੀਕ ਹੈ ਜੀ। ਮਤਲਬ ਹਾਂਜੀ, ਅੱਗੇ ਚੱਲਦੇ ਹਾਂ ਜੀ। ਅਗਲਾ ਪ੍ਰਸ਼ਨ ਹੈਗਾ ਜੀ, ਜਿਨ੍ਹਾਂ ਵਧੇਤਰਾਂ ਨਾਲ ਨਵੇਂ ਸ਼ਬਦ ਬਣਦੇ ਹਨ ਵਿਉਂਤਪਤ ਪਿਛੇਤਰ ਅਖਵਾਉਂਦੇ ਹਨ। ਦੇਖੋ ਧਿਆਨ ਨਾਲ ਪੜ੍ਹ ਲਓ, ਜਿਨ੍ਹਾਂ ਵਧੇਤਰਾਂ ਦੇ ਨਾਲ ਨਵੇਂ ਸ਼ਬਦ ਬਣਦੇ ਹਨ। ਬੂਟਾ ਸਿੰਘ ਬਰਾੜ ਦੀ ਕਿਤਾਬ ਜਾ ਕੇ ਤੁਸੀਂ ਪੜ੍ਹ ਲਿਓ, ਠੀਕ ਹੈ ਜੀ। ਨਵੇਂ ਸ਼ਬਦ ਜਿਹੜੇ ਜਦੋਂ ਬਣਦੇ ਹਨ ਹੈ ਨਾ, ਤਾਂ ਉਹਨਾਂ ਨੂੰ ਮਤਲਬ ਕੀ ਹੈ, ਵਿਉਂਤਪਤ ਜਿਹੜਾ ਵਧੇਤਰ ਵਾ ਆਖ ਦਿੱਤਾ ਜਾਂਦਾ ਵਾ। ਸ਼੍ਰੇਣੀ ਰੱਖਿਅਕ, ਸ਼੍ਰੇਣੀ ਬਦਲੂ, ਉਹ ਫਿਰ ਇੱਥੇ ਉਹੀ ਚੀਜ਼ ਆ ਜਾਂਦੀ ਹੈ, ਠੀਕ ਹੈ ਜੀ। ਅੱਗੇ ਜੀ ਸ਼ਬਦ ਬਣਤਰ। ਸ਼ਬਦ ਬਣਤਰ ਬੰਦ ਕਰਨ ਵਾਲੇ ਵਧੇਤਰ ਰੂਪਾਂਤਰੀ ਪਿਛੇਤਰ ਹੋ ਗਏ, ਠੀਕ ਹੈ ਜੀ। ਰੂਪਾਂਤਰੀ ਪਿਛੇਤਰ ਜਿਹੜੇ ਹੁੰਦੇ ਨੇ ਇਹਨਾਂ ਨੂੰ ਤੁਸੀਂ ਪੜ੍ਹ ਲਿਓ ਇੱਕ ਵਾਰੀ ਹੈ ਨਾ। ਮਤਲਬ ਹੋ ਸਕਦਾ ਮੇਰੇ ਤੋਂ ਨਾ ਉਵੇਂ ਸਮਝਾਏ ਗਏ ਹੁਣ, ਜਿਵੇਂ ਮਤਲਬ ਕੀ ਆ, ਤੁਸੀਂ ਇਹਨਾਂ ਨੂੰ ਨਾ ਤੁਸੀਂ ਜ਼ਰੂਰ ਪੜ੍ਹਿਓ। ਮੈਂ ਹਰ ਇੱਕ ਚੀਜ਼ ਦੱਸਦਾ ਹੁੰਦਾ ਕਿ ਜੀ ਤੁਹਾਨੂੰ ਆਪ ਪੜ੍ਹਨੀ ਚਾਹੀਦੀ। ਜਦੋਂ ਤੁਸੀਂ ਆਪ ਪੜ੍ਹ ਲਓਗੇ ਤੁਹਾਨੂੰ ਇਹ ਕਦੇ ਵੀ ਨਹੀਂ ਭੁੱਲਣਗੇ ਹੈ ਨਾ। ਰੂਪਾਂਤਰੀ ਪਿਛੇਤਰ ਹੁੰਦੇ, ਇਹ ਹੈ ਵਧੇਤਰ ਨੇ ਦੋਨੇ, ਠੀਕ ਹੈ। ਵਿਉਂਤਪਤ ਪਿਛੇਤਰ ਅਤੇ ਰੂਪਾਂਤਰੀ ਪਿਛੇਤਰ, ਠੀਕ ਹੈ। ਸ਼੍ਰੇਣੀ ਰੱਖਿਆ ਕਿ ਸ਼੍ਰੇਣੀ ਬਦਲੂ, ਠੀਕ ਹੈ। ਤੁਸੀਂ ਇਹਨਾਂ ਨੂੰ ਕੀ ਆ, ਇਹ ਤੁਸੀਂ ਆਪ ਪੜ੍ਹ ਲਿਓ। ਬੂਟਾ ਸਿੰਘ ਬਰਾੜ ਦੀ ਬੁੱਕ ਚੱਕ ਕੇ ਕਿਤਾਬ ਇੱਕ ਵਾਰੀ ਜ਼ਰੂਰ ਪੜ੍ਹਿਓ, ਇਹਨਾਂ ਨੂੰ ਤੁਹਾਨੂੰ ਕਦੇ ਨਹੀਂ ਭੁੱਲਣਗੇ ਇਹ। ਅੱਗੇ ਗੱਲ ਕਰਦੇ ਹੈਗੇ ਜੀ ਸਮੁੰਦਰ ਮੱਛੀ ਜਿਹੜੀ ਖੇਡ ਹੈਗੀ ਆ, ਇਹ ਬਾਲ ਖੇਡ ਹੈਗੀ ਆ। ਸਮੁੰਦਰ ਮੱਛੀ ਜਿਹੜਾ ਸੰਬੰਧ ਹੈਗਾ ਬਾਲ ਖੇਡ ਦੇ ਨਾਲ ਹੈਗਾ। ਸ਼ਿਵ ਭਗਵਾਨ ਜਿਹੜੇ ਹੋਰ ਕੀ ਨਾਮ ਨੇ, ਸ਼ਿਵ ਭੋਲਾ ਵੀ ਪਤਾ, ਠੀਕ ਹੈ ਜੀ, ਅਤੇ ਮਹਾਦੇਵ ਵੀ ਪਤਾ। ਅਤੇ ਨੀਲਕੰਠ ਜਿਹੜੀ ਹੈਗੀ ਆ ਇੱਕ ਦੰਤ ਕਥਾ ਹੈਗੀ ਆ ਜਿਹੜੀ ਨੀਲਕੰਠ ਦੇ ਨਾਲ ਜੋੜੀ ਗਈ ਆ, ਵੀ ਉਹਦਾ ਨੀਲਾ ਕੰਠ ਤਾਂ ਹੀ ਹੋ ਗਿਆ ਸੀ ਜ਼ਹਿਰ ਦੇ ਨਾਲ। ਤਾਂ ਉਹਨਾਂ ਦੇ ਲਈ ਮਤਲਬ ਕਿ ਨੀਲਕੰਠ ਸ਼ਬਦ ਵੀ ਵਰਤ ਲਿਆ ਜਾਂਦਾ ਵਾ।
ਪੁਰਾਣ ਕਥਾ ਵਿੱਚ ਅਰਧ ਨਾਰੀ ਦਾ ਸਰੂਪ ਕਿਸ ਦਾ ਹੈ? ਸ਼ਿਵ ਜੀ ਦਾ। ਠੀਕ ਹੈ, ਇਹ ਵੀ ਯਾਦ ਰੱਖ ਲਓ। ਜਿਹੜੀਆਂ ਪੁਰਾਣ ਕਥਾਵਾਂ ਨੇ ਉਹਨਾਂ ਦੇ ਵਿੱਚ ਅਰਧ ਨਾਰੀ ਸਰੂਪ ਜਿਹੜਾ ਵਾ ਸ਼ਿਵ ਨੂੰ ਹੀ ਕਿਹਾ ਗਿਆ ਵਾ। ਠੀਕ ਹੈ ਜੀ। ਮੁਕਤਕ ਕਾਵਿ ਦਾ ਆਧਾਰ ਦ੍ਰਿਸ਼ ਹੈਗਾ ਵਾ, ਹੈ ਨਾ। ਦੇਖੋ ਟੱਪੇ ਦੇ ਵਿੱਚ ਇੱਕ ਦ੍ਰਿਸ਼ ਬਿੰਬ ਹੁੰਦਾ ਵਾ, ਪ੍ਰਗੀਤ ਹੋ ਗਿਆ, ਪਦ ਕਥਾ ਹੋ ਗਿਆ। ਠੀਕ ਹੈ, ਇਹ ਮਤਲਬ ਕਿ ਪ੍ਰਬੰਧ ਕਾਵਿ ਦੇ ਵਿੱਚ ਨਹੀਂ ਆਉਂਦਾ। ਮੁਕਤਕ ਕਾਵਿ ਦੇ ਵਿੱਚ ਖਾਸ ਤੌਰ 'ਤੇ ਪ੍ਰਗੀਤ ਹੁੰਦਾ, ਪ੍ਰਗੀਤ, ਪਦ ਗੀਤ, ਟੱਪਾ ਜਿਹਨਾਂ ਇਹਨਾਂ ਨੂੰ ਮਤਲਬ ਮੁਕਤਕ ਕਾਵਿ ਦੇ ਵਿੱਚ ਗਿਣ ਲਿਆ ਜਾਂਦਾ ਵਾ। ਦ੍ਰਿਸ਼ ਹੁੰਦਾ ਇਹਦੇ ਵਿੱਚ, ਹੈ ਨਾ। ਇੱਕ ਮਤਲਬ ਦੋ ਜਿਹੜੇ ਬੋਲ ਬੋਲੇ ਜਾਂਦੇ ਨੇ ਉਹ ਅੱਖਾਂ ਸਾਹਮਣੇ ਜਿਹੜੇ ਨੇ ਦ੍ਰਿਸ਼ ਚਿੱਤਰਨ ਜਿਹੜਾ ਵਾ ਕਰਦੇ ਹੈਗੇ ਨੇ। ਪੰਜਾਬੀ ਕਿੱਸਾ ਸਾਹਿਤ ਰਾਹੀਂ ਗਲਪ ਅਤੇ ਦੁਖਾਂਤ ਪਰੰਪਰਾਵਾਂ ਦਾ ਆਰੰਭ ਹੋਇਆ। ਦੇਖੋ ਪੰਜਾਬੀ ਕਿੱਸਾ ਸਾਹਿਤ ਵਿੱਚ ਰਾਹੀਂ ਗਲਪ ਅਤੇ ਦੁਖਾਂਤ ਕਿੱਥੋਂ ਆਇਆ? ਕਿੱਸਾ ਕਾਵਿ ਦੇ ਰਾਹੀਂ ਆਇਆ। ਠੀਕ ਹੈ, ਤੁਸੀਂ ਇਹ ਯਾਦ ਰੱਖਣਾ ਹੈਗਾ ਵਾ। ਗਲਪੀ ਜਿਹੜੇ ਹੈਗੇ ਨੇ ਨਾਟਕ, ਜਿਵੇਂ ਕਹਿ ਦਈਏ ਕਹਾਣੀ ਦੇ ਤੱਤ ਹੈਗੇ ਨੇ, ਬਿਰਤਾਂਤ ਦਾ ਜਿਹੜਾ ਵਰਣਨ ਹੈਗਾ, ਹੈ ਨਾ, ਜਾਂ ਦੁਖਾਂਤ ਜਿਹੜਾ ਹੈਗਾ ਵਾ ਮਤਲਬ ਪੰਜਾਬੀ ਸਾਹਿਤ ਦੇ ਵਿੱਚ ਇਹ ਕਿੱਸਾ ਕਾਵਿ ਜਿਹੜੇ ਹੈਗੇ ਨੇ ਕਿੱਸਾ ਸਾਹਿਤ ਦੀ ਉਪਜ ਹੈਗਾ ਵਾ। ਚੀਚੋ ਚੀਚ ਕਨੇਰੀਆਂ, ਠੀਕ ਹੈ ਜੀ। ਚੀਚੋ ਚੀਚ ਕਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਇਹ ਲੜਕੀਆਂ ਦੀ ਖੇਡ ਦੇ ਨਾਲ ਸੰਬੰਧ ਹੈਗਾ ਇਸਦਾ ਮਤਲਬ ਨੋਟ ਕਰ ਲਿਓ। ਚੀਚੋ ਚੀਚ ਕਨੇਰੀਆਂ ਲੜਕੀਆਂ ਦੀ ਖੇਡ ਜਾਂ ਬਾਲਾਂ ਦੀ ਖੇਡ ਕੇ ਮਤਲਬ ਮੈਨੂੰ ਤਾਂ ਲੱਗਦਾ ਇਹ ਲੜਕੀਆਂ ਦੀ ਖੇਡ ਹੀ ਆ, ਕਿਉਂਕਿ ਜਿੱਥੋਂ ਮੈਂ ਪ੍ਰਸ਼ਨ ਪੜ੍ਹਿਆ ਹੋਇਆ ਵਾ ਇਹ। ਠੀਕ ਹੈ, ਤਾਂ ਉੱਥੇ ਆਪਸ਼ਨਾਂ ਦਿੱਤੀਆਂ ਹੋਈਆਂ ਸੀਗੀਆਂ ਮਤਲਬ, ਤਾਂ ਇਹ ਮੈਂ ਤਾਂ ਪ੍ਰਸ਼ਨ ਚੱਕ ਲਿਆ ਸੀਗਾ ਜੀ। ਆਂਟੜੇ ਮਨਮੰਟੜੇ ਜਿਹੜੀ ਗੱਭਰੂਆਂ ਦੀ ਖੇਡ ਹੈਗੀ ਹੈ ਨਾ, ਤਾਂ ਉਹ ਵੀ ਯਾਦ ਰੱਖ ਲਓ, ਜਿਹੜਾ ਮੈਰੀਟੋਰੀਅਸ ਦੇ ਵਿੱਚ ਜਿਹੜਾ ਪੁੱਛਿਆ ਗਿਆ ਸੀ ਪ੍ਰਸ਼ਨ। ਅਗਲਾ ਪ੍ਰਸ਼ਨ ਹੈਗਾ ਜੀ ਚੱਠਿਆਂ ਦੀ ਵਾਰ ਦਾ ਯੁੱਧ ਚੱਠੇ ਸਰਦਾਰਾਂ ਅਤੇ ਗੁਲਾਮ ਮੁਹੰਮਦ ਜਿਹੜਾ ਦੇ ਵਿਚਕਾਰ ਹੋਇਆ ਸੀ। ਠੀਕ ਹੈ ਜੀ। ਇਹ ਚੱਠਿਆਂ ਦੀ ਵਾਰ ਕਿਹੜੀ ਸਦੀ ਦੀ ਵਾਰ ਹੈਗੀ ਆ ਤੁਸੀਂ ਦੱਸਣੀ ਹੈਗੀ ਆ ਮੈਨੂੰ। ਠੀਕ ਆ, 18ਵੀਂ ਸਦੀ ਦੀ ਵਾਰ ਹੈਗੀ ਆ ਜਾਂ 19ਵੀਂ ਸਦੀ ਦੀ ਵਾਰ ਹੈਗੀ ਆ ਤੁਸੀਂ ਦੱਸਿਓ। ਠੀਕ ਆ ਮੈਨੂੰ। ਚੱਠਿਆਂ ਦੀ ਵਾਰ ਜਿਹਦੀਆਂ 91 ਪੌੜੀਆਂ ਹੈਗੀਆਂ। ਠੀਕ ਹੈ, ਚੱਠੇ ਸਰਦਾਰਾਂ ਦੇ ਨਾਲ ਯੁੱਧ ਹੁੰਦਾ ਵਾ। ਚੱਠਿਆਂ ਦੇ ਹੱਕ ਦੇ ਵਿੱਚ ਹੀ ਗੱਲ ਕੀਤੀ ਹੈਗੀ ਆ, ਮਤਲਬ ਚੱਠਿਆਂ ਦੀ ਚੜ੍ਹਾਈ ਹੀ ਜ਼ਿਆਦਾ ਕੀਤੀ ਹੈਗੀ ਆ ਪੀਰ ਮੁਹੰਮਦ ਕਾਸਵੀ ਨੇ। ਠੀਕ ਆ ਜੀ। ਜ਼ਿਲ੍ਹਾ ਗੁਜਰਾਤ ਨੂਨਾਵਾਲੀ ਦਾ ਰਹਿਣ ਵਾਲਾ ਸੀ, ਇਹ ਯਾਦ ਰੱਖ ਲਿਓ। ਸ਼ੈਲੀ ਹੀ ਸ਼ਖਸੀਅਤ ਦਾ ਹੈ ਕਥਨ ਹੈ ਢੁਕਵਾਂ। ਠੀਕ ਆ, ਇਹਦੇ 'ਚ ਭੁਲੇਖਾ ਨਹੀਂ ਖਾਣਾ, ਇਹ ਗੁਰਬਖਸ਼ ਸਿੰਘ ਪ੍ਰੀਤਲੜੀ 'ਤੇ ਢੁਕਦਾ ਹੈਗਾ ਸ਼ਬਦ, ਨਾ ਕਿ ਤੇਜਾ ਸਿੰਘ 'ਤੇ। ਠੀਕ ਹੈ ਜੀ। ਸ਼ੈਲੀ ਹੀ ਸ਼ਖਸੀਅਤ ਹੈ, ਪਰ ਇਹ ਪ੍ਰਸ਼ਨ ਬੜਾ ਕਨਫਿਊਜ਼ ਦੇ ਕਰਨੇ ਵਾਲਾ ਨਾ, ਮਤਲਬ ਮੈਨੂੰ ਲੱਗਦਾ ਕਈਆਂ ਦਾ ਇਹਦਾ ਨਾ ਜਵਾਬ ਅਲੱਗ ਹੀ ਦਿੱਤਾ ਹੋਇਆ ਹੈਗਾ ਵਾ। ਇਹ ਯਾਦ ਰੱਖ ਲਓ, ਸ਼ੈਲੀ ਹੀ ਸ਼ਖਸੀਅਤ ਹੈ ਗੁਰਬਖਸ਼ ਸਿੰਘ ਜੀ 'ਤੇ। ਅੱਗੇ ਜੀ ਵੈਦਿਕ ਸੰਸਕ੍ਰਿਤ ਜਿਹੜੀ ਹੈਗੀ ਭਾਸ਼ਾ ਵੇਦਾਂ ਦੀ ਭਾਸ਼ਾ ਹੈਗੀ ਆ। ਕਲਾਸੀਕਲ ਜਿਹੜੀ ਸੰਸਕ੍ਰਿਤ ਸੀਗੀ ਉਹ ਲੋਕਾਂ ਦੀ ਭਾਸ਼ਾ ਸੀਗੀ। ਵੈਦਿਕ ਸੰਸਕ੍ਰਿਤ ਜਿਹੜੀ ਹੈਗੀ ਆ ਵੇਦਾਂ ਦੀ ਭਾਸ਼ਾ, ਯਾਦ ਰੱਖ ਲਿਓ। ਕਲਾਸੀਕਲ ਸੰਸਕ੍ਰਿਤ ਲੋਕਾਂ ਦੀ ਭਾਸ਼ਾ, ਹੈ ਨਾ, ਜਿਹੜੇ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਸੀਗੀ ਭਾਸ਼ਾ। ਅਤੇ ਇੱਕ ਨਾ ਭਾਸ਼ਾ ਤੁਸੀਂ ਜਿਵੇਂ ਕਿ ਵੈਦਿਕ ਸੰਸਕ੍ਰਿਤ ਹੋ ਗਈ, ਇਸ ਤੋਂ ਬਾਅਦ ਕਿਹੜੀ ਭਾਸ਼ਾ ਹੋ ਗਈ? ਠੀਕ ਆ, ਪ੍ਰਕਿਰਤ ਆਉਂਦੀ ਆ ਕਿ ਪਾਲੀ ਆਉਂਦੀ ਆ ਕਿ ਆਧੁਨਿਕ ਭਾਸ਼ਾਵਾਂ ਜਾਂ ਆਪਰਭੰਸ਼, ਉਹਨਾਂ ਦੀ ਤਰਤੀਬ ਜਿਹੜੀ ਆ ਤੁਸੀਂ ਜ਼ਰੂਰ ਕੀ ਹੈ ਇੱਕ ਵਾਰੀ ਯਾਦ ਕਰਨੀ ਹੈ। ਕੋਈ ਉਸ ਤਰਤੀਬ ਦੇ ਆਧਾਰ 'ਤੇ ਕਈ ਪ੍ਰਸ਼ਨ ਜਿਹੜੇ ਹੱਲ ਹੋ ਜਾਂਦੇ ਹੁੰਦੇ ਆ। ਠੀਕ ਹੈ, ਜੇ ਕਿਸੇ ਨੂੰ ਪਤਾ ਹੋਇਆ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਵੈਦਿਕ ਸੰਸਕ੍ਰਿਤ ਤੋਂ ਬਾਅਦ ਕਿਹੜੀ ਭਾਸ਼ਾ ਆਉਂਦੀ ਆ, ਫਿਰ ਉਸ ਤੋਂ ਬਾਅਦ ਕਿਹੜੀ ਆਉਂਦੀ ਆ। 4 ਭਾਸ਼ਾਵਾਂ ਤੁਹਾਨੂੰ ਪੁੱਛੀਆਂ ਜਾਣਗੀਆਂ ਜੇ ਆਇਆ ਤਾਂ ਪ੍ਰਸ਼ਨ, ਹੈ ਨਾ, ਤਾਂ ਯਾਦ ਰੱਖਿਓ ਇਹ। ਅਗਲਾ ਪ੍ਰਸ਼ਨ ਹੈਗਾ ਜੀ ਬਾਲ ਸਾਹਿਤ ਪੁਰਸਕਾਰ, ਯੁਵਾ ਪੁਰਸਕਾਰ, ਅਨੁਵਾਦ ਪੁਰਸਕਾਰ ਕੌਣ ਦਿੰਦਾ ਵਾ? ਭਾਰਤੀ ਸਾਹਿਤ ਅਕਾਦਮੀ ਦਿੱਲੀ। ਠੀਕ ਆ ਜੀ, ਇਹ ਤੁਸੀਂ ਯਾਦ ਰੱਖ ਲੈਣਾ ਜਿਵੇਂ ਐਤਕੀ ਪੁੱਛਿਆ ਗਿਆ ਵਾ। ਪਦਮ ਸ਼੍ਰੀ, ਠੀਕ ਆ ਜੀ, ਪੁਰਸਕਾਰ ਭਾਰਤ ਸਰਕਾਰ ਦੁਆਰਾ ਦਿੱਤਾ ਜਾਂਦਾ ਵਾ। ਸੁਰਜੀਤ ਪਾਤਰ ਜੀ ਨੂੰ ਮਿਲਿਆ 1912 ਦੇ ਵਿੱਚ। ਕਾਹਦੇ ਲਈ ਮਿਲਿਆ ਤੁਹਾਨੂੰ ਪਤਾ ਹੀ ਹੋਣਾ ਵਾ। ਠੀਕ ਆ ਜੀ, ਜੇ ਨਹੀਂ ਪਤਾ ਤਾਂ ਜ਼ਰੂਰ ਯਾਦ ਕਰ ਲਿਓ। ਗਿਆਨਪੀਠ ਪੁਰਸਕਾਰ ਜਿਹੜਾ ਹੈਗਾ ਇਹਦੇ ਸੰਸਥਾਪਕ ਜਿਹੜੇ ਹੈਗੇ ਨੇ ਸ਼ਾਹੂ ਸ਼ਾਂਤੀ ਪ੍ਰਸਾਦ ਜੈਨ ਜੀ ਹੈਗੇ ਨੇ। ਪੰਜਾਬੀ ਨੂੰ 2 ਵਾਰੀ ਮਿਲਿਆ ਹੈਗਾ। ਠੀਕ ਆ ਜੀ, ਅੰਮ੍ਰਿਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ ਜੀ ਨੂੰ। ਇਹ ਸਮੁੱਚੀ ਮਤਲਬ ਜਿਹੜਾ ਇਹਦਾ ਜ਼ਿਕਰ ਹੈਗਾ ਮਤਲਬ ਕਿ ਇਹ ਸਮੁੱਚੀ ਸਾਹਿਤਕ ਜਿਹੜੀ ਹੈਗੀ ਉਹਦੇ ਲਈ ਮਿਲਿਆ ਹੈਗਾ ਵਾ, ਸਾਹਿਤਕ ਯੋਗਤਾ ਦੇ ਲਈ, ਹੈ ਨਾ, ਮਤਲਬ ਜਾਂ ਯੋਗਦਾਨ ਦੇ ਲਈ। ਅੱਗੇ ਹੈਗਾ ਵਾ ਸਰਸਵਤੀ ਪੁਰਸਕਾਰ ਜਿਹੜਾ ਜੀ ਕੇ ਬਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਵਾ। ਇਹਦਾ ਜ਼ਿਕਰ ਹੈਗਾ ਸੰਵਿਧਾਨ ਦੀ 8ਵੀਂ ਸੂਚੀ ਦੇ ਵਿੱਚ ਪੰਜਾਬੀ ਦੇ ਵਿੱਚ 3 ਵਾਰੀ ਜਿਹੜਾ ਵਾ ਮਿਲ ਚੁੱਕਿਆ ਹੈਗਾ ਵਾ। ਕਿਹਨਾਂ ਨੂੰ ਮਿਲਿਆ ਵਾ ਮਾੜਾ ਜਿਹਾ ਨਿਗਾਹ ਮਾਰਿਓ ਤਾਂ ਜੀ। ਪੰਜਾਬੀ ਦੇ ਵਿੱਚ ਕਿਹਨਾਂ ਨੂੰ ਮਿਲਿਆ ਜੀ? ਸੁਰਜੀਤ ਪਾਤਰ ਜੀ ਨੂੰ ਮਿਲਿਆ। ਠੀਕ ਹੈ ਜੀ। ਇਹ ਹਰਭਜਨ ਸਿੰਘ ਜੀ ਨੂੰ ਮਿਲਿਆ ਹੈਗਾ ਵਾ। ਕਾਹਦੇ ਲਈ ਮਿਲਿਆ ਹੈਗਾ? ਰੁੱਖ ਅਤੇ ਰਿਸ਼ੀ ਲਈ। ਕਥਾ ਕਹੋ ਉਰਵਸ਼ੀ ਦਲੀਪ ਕੌਰ ਟਿਵਾਣਾ ਜੀ ਨੂੰ ਮਿਲਿਆ ਹੋਇਆ। ਠੀਕ ਹੈ ਜੀ। ਸੋ ਇੰਪੋਰਟੈਂਟ ਕੁਐਸਚਨ ਸੀਗੇ ਜੀ। ਠੀਕ ਹੈ ਜੀ, ਅਤੇ ਮੈਂ ਜੀ ਕੋਚਿੰਗ ਸ਼ੁਰੂ ਕਰ ਚੁੱਕਿਆ ਵਾਂ। ਠੀਕ ਹੈ ਜੀ, ਅਤੇ ਇੱਕ ਗਰੁੱਪ ਮੇਰੇ ਕੋਲ ਹੈਗਾ ਵਾ ਅਤੇ ਜਿਹੜਾ ਚੱਲਦਾ ਪਿਆ ਵਾ 8-9 ਜਣਿਆਂ ਦਾ। ਤਾਂ ਜੇ ਕਿਸੇ ਨੇ ਵੀ ਕੋਚਿੰਗ ਲੈਣੀ ਹੋਵੇ, ਠੀਕ ਹੈ ਜੀ, ਤਾਂ ਲੈ ਸਕਦੇ ਹੈਗੇ ਹੋ। ਠੀਕ ਹੈ ਜੀ, ਜਿਵੇਂ ਹੁਣ ਪੜ੍ਹਾਇਆ ਵਾ ਇੱਦਾਂ ਹੀ ਮੈਂ ਪੜ੍ਹਾਊਂਗਾ। ਠੀਕ ਹੈ ਜੀ, ਤਾਂ ਇਸ ਨੰਬਰ 'ਤੇ ਤੁਸੀਂ ਮੈਨੂੰ ਕੀ ਆ ਕਾਲ ਕਰ ਸਕਦੇ ਹੋ ਜਾਂ ਮਤਲਬ ਕਿ WhatsApp ਮੈਸੇਜ ਜ਼ਰੂਰ ਕਰ ਸਕਦੇ ਹੈਗੇ ਹੋ। ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ।